ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਏਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ ਤੋਂ ਮੈਂ ਤਮੰਨਾ। ਸਰਕਾਰ ਨੇ ਜੀਓਜੀ ਦੇ ਵਰਕਰਾਂ ਨੂੰ ਬਿਨਾਂ ਦੱਸੇ ਨੌਕਰੀ ਤੋਂ ਕੱਢੇ ਜਾਣ ਕਰਕੇ ਉਹਨਾਂ ਵੱਲੋਂ ਅੱਜ ਬਲੂ ਆਈਸ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। बहुत ही लंबी नहीं गल क्योंकि आप जिस्ट दे विच सारिਆਂ ਦੀ मैक्सिमम गल सानू ये आइडिया लगे कि अपने व्यूज लाने की है और डिस्कशन हो रही है और मेजॉरिटी के नाल होगा वो पक्का तो मेरा मकसद ये सीगा आज की जेडी अपनी जेडी मीटिंग हुई है वो ਆਪਾਂ ਉਹਦੇ ਤੇ ਤੁਹਾਡੇ ਕੀ ਵਿਊਜ਼ ਆਪਣੇ ਜੋ ਅਸੀਂ ਫਰਦਰ ਚੰਡੀਗੜ੍ਹ ਅੰਮ੍ਰਿਤਸਰ ਬਾਅਦ ਤੋਂ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਨਹੀਂ ਕੀਤਾ ਜਦੋਂ ਅਸੀਂ ਫੜਦੇ ਇਸ ਕਰਕੇ ਵੀ ਡਰੇ ਹੋਏ ਆ ਬਿਲਕੁਲ ਹੀ। ਤੇ ਜੇ ਅਸੀਂ ਇਹਨਾਂ ਨੂੰ ਮੁਰੰਮਤ ਦੇਈਏ ਜਿੱਦਾਂ ਅੰਮ੍ਰਿਤਸਰ ਇੱਕ ਬ੍ਰਿਜ ਦੇ ਲਾਸਟ ਬੋਲ ਕੇ ਨੇ ਕੱਢਿਆ ਉਹ ਜਿਹੜੀ ਮੇਨ ਜਿਹੜੀ ਆਮ ਮਿਲ ਕੇ ਦਿਲ ਦੇ ਉੱਤੇ ਉਹੀ ਇੱਕ ਸੱਟ ਹੈ। ਬਾਕੀ ਜਿਹੜੀ ਲੈਵਲ 3 ਡਿਸਟ੍ਰਿਕਟ ਦੀ ਸਰਕਾਰ ਜਿਹੜੀ ਆਪਣੀ ਮੇਨ ਤੇ ਉਹੀ ਆ ਵੀ ਆਪਦੇ ਕੱਢਣਾ ਇਹਦੇ ਤਰੀਕੇ ਨਾਲ ਕੱਢਦੇ ਤੇ ਜਿਹੜੀ ਇਹਨਾਂ ਨੇ ਤਰੀਕੇ ਨਾਲ ਜਿਹੜੀ ਸ਼ਬਦਾਵਲੀ ਵਰਤੀ ਉਹ ਬੜੀ ਗਲਤ ਵਰਤੀ। ਅਸੀਂ ਰਿਪੋਰਟਾਂ ਪਾ ਰਹੇ ਉਹ ਤੇ ਇਹਨਾਂ ਨੇ ਦੇਖਿਆ ਨਹੀਂ, ਇਹਨਾਂ ਨੂੰ ਉਲਟਾ ਸਾਹਿਬ ਡਰ ਰਿਹਾ ਹੈ ਆਪਣਾ ਕਿ ਜਿਹੜਾ ਸਾਨੂੰ ਇਹ ਫੜਨਗੇ ਸਾਡੀ ਰਿਪੋਰਟ ਜਿਹੜੀ ਉੱਪਰ ਤੱਕ ਜਾ ਰਹੀ ਆ, ਇਸ ਕਰਕੇ ਜਿਹੜਾ ਇਹ ਸਾਨੂੰ ਬਿਨਾਂ ਜਿਹੜਾ ਕੱਢਿਆ ਜਾ ਰਿਹਾ। ਤੇ ਕਿੰਨੇ ਜਿੰਨੇ ਵੀ ਸਾਡੇ ਬਿਊਰੋਕਰੇਟ ਹੈ ਜਿਸ ਤਰ੍ਹਾਂ ਡੀ ਤੱਕ ਦੇ ਐਸਟੀਐਮ ਸਾਹਿਬ ਆ ਪੀਡੀਪੀ ਉਹਨਾਂ ਨਾਲ ਹੀ ਰਲ ਕੇ ਕੰਮ ਕੀਤੇ ਉਹ ਸਾਡੇ ਕੰਮ ਨੂੰ ਜਾਣਦੇ ਆ ਔਰ ਉਹ ਸਾਡੀ ਸਿਫਤ ਵੀ ਕਰਦੇ ਆ। ਲੇਕਿਨ ਇਹਨਾਂ ਨੇ ਉੱਤੇ ਜਾ ਕੇ ਕਿਸੇ ਨੂੰ ਬੁਲਾਇਆ ਨਹੀਂ। 3 ਵਜੇ ਮੀਟਿੰਗ ਸੱਦੀ ਔਰ 4 ਵਜੇ ਇਹਨਾਂ ਨੇ ਡਿਸਕਸ ਕਰਤਾ। ਇਹਨਾਂ ਨੇ ਜੀਓ ਬੰਦ ਕਰ ਦਿੱਤਾ। ਅਗਰ ਇਹਨਾਂ ਨੇ ਬੰਦ ਕੀਤਾ ਔਰ ਸਾਡੇ ਤੇ ਇਲਜ਼ਾਮ ਲਾਇਆ ਕਿ ਇਹ 5 ਸਾਲ ਦੇ ਕੰਮ ਕੀਤੇ ਉੱਤੇ ਸਵਾਹ ਪਾ ਦਿੱਤੀ ਤਾਂ ਸਾਨੂੰ ਹਰ ਮਹੀਨੇ ਸਾਡੇ ਸੀਨੀਅਰ ਅਫਸਰ ਵੱਲੋਂ ਸੁਝਾਅ ਦਿੱਤਾ ਜਾਂਦਾ ਤੁਸੀਂ ਆਪਣੀ ਪਾਣੀ ਦੀ ਬੋਤਲ ਲੈ ਕੇ ਜਾਣਾ, ਜਿੱਥੇ ਮੈਡੀਕਲੀ ਉੱਥੇ ਕਹਿੰਦਾ ਜੀਓਜੀ ਨਹੀਂ ਜਾਏਗਾ। ਸਾਡੇ ਜੀਓਜੀ ਨੇ ਸਾਰਿਆਂ ਨੇ A to Z ਜਿਹੜਾ ਕੰਮ ਕਰਕੇ ਵਿਖਾਇਆ ਸਰ ਔਨ ਗਰਾਊਂਡ। ਸਾਨੂੰ ਪੁੱਛਣ ਦੀ ਲੋੜ ਨਹੀਂ ਗਈ, ਮੈਂ ਅੱਛਾ ਹੂੰ ਕਹਿਣੇ ਦੀ ਜ਼ਰੂਰਤ ਨਹੀਂ ਹੈ ਸਰ। ਜਾ ਕੇ ਔਨ ਗਰਾਊਂਡ ਕਿਸੇ ਸੀਨੀਅਰ ਤੋਂ ਹੁਣ ਅੱਜ ਵੀ ਸਾਡੇ ਘਰਾਂ ਦੇ ਵਿੱਚ ਆ ਕੇ ਦੁਨੀਆ ਬੈਠ ਜਾਂਦੀ ਕਿ ਫੌਜੀ ਸਾਹਿਬ ਤੁਹਾਨੂੰ ਕਿਉਂ ਕਢਾਤਾ, ਸਾਡੇ ਕੰਮ ਕੌਣ ਕਰੇਗਾ। ਸਰ ਸਾਨੂੰ ਕੱਢਣ ਦੀ ਕੋਈ ਪ੍ਰੋਬਲਮ ਨਹੀਂ, ਕੱਢ ਦਿੱਤਾ ਬਿਲਕੁਲ ਠੀਕ ਆ। ਜਦੋਂ ਅਸੀਂ ਅਪਾਇੰਟਮੈਂਟ ਲੈਟਰ ਦਿੰਦੇ ਹਾਂ ਉਹਦੇ ਉੱਤੇ ਲਿਖਿਆ ਗੌਰਮੈਂਟ ਤੁਹਾਨੂੰ 2 ਸਾਲ ਤੋਂ ਬਾਅਦ ਜਾਂ ਕਦੀ ਵੀ ਡਿਸਮਿਸ ਕਰ ਸਕਦੇ। ਪ੍ਰੋਬਲਮ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਸਾਨੂੰ ਬੇਇੱਜ਼ਤੀ ਕਰਕੇ ਕੱਢਿਆ ਗਿਆ ਵਾ ਇਹ ਬਹੁਤ ਹੀ ਨਿੰਦਣਯੋਗ ਆ। ਬਾਕੀ ਜਿੱਦਾਂ ਤੁਸੀਂ ਆਖਿਆ ਵਾ ਕੰਮ ਜਿਹੜਾ ਉਹ ਸਾਡਾ ਲੋਕ ਦੱਸਦੇ ਆ, ਪਿੰਡ ਦੱਸਦੇ ਆ, ਹਰ ਇੱਕ ਅਫਸਰ ਨੂੰ ਪਤਾ ਵੀ ਕੀ ਕੰਮ ਕਰ ਰਹੇ ਆ। ਜੀਓਜੀ ਦੀ ਇੱਜ਼ਤ ਵਾ ਪਿੰਡਾਂ ਦੇ ਵਿੱਚ। ਹੁਣ ਵੀ ਸਾਨੂੰ ਅਗਰ ਕੱਲ੍ਹ ਦੀ ਗੱਲ ਵਾ ਮੇਰੇ ਕੋਲ 2 ਆਦਮੀ ਆਏ ਸਾਹਿਬ ਸਾਡੀ ਪੈਨਸ਼ਨ ਨਹੀਂ ਲੱਗੀ, ਮੈਂ ਕਿਹਾ ਪੈਨਸ਼ਨ ਵਾਲਾ ਹੀ ਦੌੜ ਮਿਲਦਾ ਕਿਸ ਨੂੰ ਮਾਫੀ ਮੰਗਦੇ ਤਾਂ ਠੀਕ ਹੈ। ਅਗਰ ਨਹੀਂ ਮੰਨਦੇ ਤੁਸੀਂ ਸਾਡੇ ਸੀਨੀਅਰ ਕਮਾਂਡਰ ਦੀ ਲਿਸਟ ਕਰ ਆਪਣੇ ਟਵੀਟ ਕਰੋ ਔਰ ਬਹੁਤ ਸਲਾਮਾਤ। ਅਸੀਂ ਇਹ ਨਹੀਂ ਕਿ ਇੰਨੀ ਡਿਊਟੀ ਇੰਨੇ ਜੁੜੇ ਹੋਏ ਜਿਹੜੇ ਤਗੜੇ ਉਹ ਤੁਹਾਨੂੰ ਇਹ ਗੱਲ ਆਖੀ ਕਿਉਂ ਆਖੀ ਹੈ। ਦੂਸਰਾ ਜਾਣੇ ਨੂੰ ਇੱਕ ਪਾਸੇ ਕਰ ਦਿਓ ਤੇ ਸਾਨੂੰ ਜੇ ਸਾਡੇ 'ਚ ਕੋਈ ਨੁਕਸ ਹੈ ਤੇ ਸਾਨੂੰ ਇਹ ਦੱਸ ਦੇਣ, ਅਦਰਵਾਈਜ਼ ਨਹੀਂ ਤੇ ਫਿਰ ਇਹਨਾਂ ਨੇ ਇਹ ਕੰਮ ਕਿਉਂ ਕਿਹਾ ਕਿ ਇਹ ਕੰਮ ਨਹੀਂ ਜਾਣਦੇ। ਬਸ ਮੇਰੀ ਇਹੋ ਇੱਕ ਬੇਨਤੀ ਸੂਬੇਦਾਰਾਂ ਵਾਲੀ ਕੈਪਟਨ ਸਚਵੰਤ ਸਰ ਰੀਸੈਂਟਲੀ ਕੱਲ੍ਹ ਹੀ ਰਾਤ ਮੇਰੇ ਨਾਲ ਬਾਤਚੀਤ ਹੋਈ ਕਿਸੇ ਬੰਦੇ ਦੀ, ਮੇਰੇ ਘਰ ਆਇਆ ਉਹ ਗੱਲਾਂ ਬਾਤਾਂ ਦੇ ਵਿੱਚ ਹੀ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਤੁਹਾਨੂੰ ਕੱਢਤਾ। ਮੈਂ ਹਾਂ ਤੇ ਕਹਿੰਦਾ ਤੁਸੀਂ ਕੀਤਾ ਕੀ ਆ, ਮੈਨੂੰ ਕਹਿੰਦਾ ਤੁਸੀਂ ਕੀਤਾ ਕੀ ਆ। ਮੈਂ ਮੇਰਾ ਬੋਲਣ ਦਾ ਵਿਸ਼ਾ ਹੈ ਅਸਫਲ। ਸਾਨੂੰ ਅਸਫਲ ਲੈ ਕੇ ਵਿਸਵਾਸ ਦਿੱਤਾ ਗਿਆ। ਸ੍ਰੀ ਭਗਵੰਤ ਮਾਨ ਜੀ ਸੁਣੋ, मैं जीओजी आवाज बाबा कोला बोल रही हाँ। साडा मिशन सरकार के मरे हुए सिस्टम को सुरजीत करना सी। साडा इरादा दिल दिया है, जान भी देंगे, ए वतन तेरे लिए। ताड़ी सरकार ये कह के जीओजी ने सेवावां खत्म कर रही है कि ये सफल पाएगी। ये शब्दावली ठीक नहीं है। इन्हां शब्दां नाल साडे स्वैमान नूं ठेस पहुंची है। जेकर असी सफल है तो फिर सफल कौन है? तेरी पुलिस सफल है, इन्हें नशे बंद करने का इरादा किया है।
ਨਸ਼ੇ ਹੋਮ ਡਿਲੀਵਰੀ ਹੋਣ ਲੱਗ ਪਏ। ਜੇ ਅਸੀਂ ਸਫਲ ਹਾਂ ਤੇ ਫਿਰ ਸਫਲ ਕੌਣ ਆ ਉਹ ਦੱਸਿਆ ਜਾਵੇ। ਕੀ ਤੁਹਾਡੀ ਐਫਸੀਆਈ ਠੀਕ ਹੈ ਜਿਹੜਾ ਸਾਡਾ ਇੰਚਾਰਜ ਫੌਜਾ ਸਿੰਘ ਤੁਸੀਂ ਬਣਾਇਆ ਹੈ ਕੈਬਨਿਟ ਜੋ ਕੱਲ੍ਹ ਨੂੰ ਮੀਟਿੰਗ ਤੁਹਾਡੀ ਹੋ ਰਹੀ ਆ, ਜਿਸ ਤਰ੍ਹਾਂ ਆਪਾਂ 23 ਜ਼ਿਲ੍ਹੇ ਆ, 23 ਜ਼ਿਲ੍ਹਿਆਂ ਦੇ ਵਿੱਚ ਇਹ ਕੰਮ ਜਿਹੜਾ ਨਾ ਹਰ ਜ਼ਿਲ੍ਹੇ ਦੇ ਵਿੱਚ ਰੋਡ ਰੋਕਣਾ ਸਾਡਾ ਕੰਮ ਨਹੀਂ ਆ, ਔਰ ਪਬਲਿਕ ਖਰਾਬ ਕਰਨਾ ਸਾਡਾ ਕੰਮ ਨਹੀਂ ਆ। ਉਹ ਅਸੀਂ ਇੱਕ ਡਿਸਟ੍ਰਿਕਟ ਬੰਦੇ ਆ, ਇਹ ਨਾ ਹੋਵੇ ਕਿ ਜਨਤਾ ਰੁਕ ਰਹੀ ਆ। ਸਾਡਾ ਜੋ 23 ਜ਼ਿਲ੍ਹਿਆਂ ਦਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਜ਼ਿਲ੍ਹਾ ਇਹ ਜੋ ਜਿਸ ਇਲਾਕੇ ਦਾ ਸੰਗਰੂਰ ਦਾ ਉਹ ਸੰਗਰੂਰ ਦੇ ਮੰਤਰੀ ਦਾ ਘਰਾਓ ਕੀਤਾ ਜਾਵੇ। ਅਗਰ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ, ਬਠਿੰਡੇ ਦਾ ਹਰ ਮੰਤਰੀ ਦਾ ਇੱਕ ਮੰਤਰੀ ਦਾ ਘਰਾਓ ਕੀਤਾ ਜਾਵੇ। 23 ਜ਼ਿਲ੍ਹਿਆਂ ਦੇ ਇੱਕ ਨੰਬਰ ਲੱਗਣਾ। ਤੇ ਜੇ ਆਪਾਂ ਬਹਿ ਗਏ ਆਪਾਂ ਨੂੰ ਬਹਾਲ ਨਾ ਕਰ ਦੇਣਾ ਵਾ, ਪਰ ਕੁਛ ਬਦਲਵੀਂ ਇਹ ਹੈ ਕਿ ਕੁਛ ਆਪਣੇ ਵਿੱਚੋਂ ਸਾਇੰਟਿਸਟ ਛਾਣਨਾ ਲੱਗਣਾ ਵਾ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਵਾ ਉਹ ਆਪਾਂ ਨੂੰ ਲੱਗਣਾ ਵਾ। ਪਰ ਇਹ ਲੱਗਣਾ ਕਦੋਂ ਆ? ਜੇ ਆਪਾਂ ਬਹਿ ਗਏ ਤੇ ਫਿਰ ਦੂਸਰਾ ਸਾਲ ਵੀ ਲੱਗ ਜਾਏ, 6 ਲੱਗ ਜਾਏ, 2024 ਦੇ ਵੋਟਾਂ ਤੱਕ ਲੱਗੇ। ਤੇ ਜੇ ਆਪਾਂ ਸੰਘਰਸ਼ ਆਪਣਾ ਜਾਰੀ ਰਿਹਾ ਹਰ ਮਹੀਨੇ ਤੇ 23 ਤੋਂ 46 ਦਿਨ ਵੀ ਆਪਾਂ ਲਗਾਤਾਰ ਜਾਵੇ ਬਹਾਲ ਉਹ 3 ਮਹੀਨਿਆਂ ਵੀ ਕਰ ਸਕਦੇ 6 ਦੇ ਵਿੱਚ। ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਸੀਗਾ ਕਿ ਸਾਡਾ ਵੀ ਜਿਹੜੀਆਂ ਪਿੰਡਾਂ ਦੇ ਪੰਚਾਇਤਾਂ ਦੇ ਕੋਲ ਲੈ ਲੈਂਦੇ ਜਾਂ ਜਨਤਾ ਦੇ ਕੋਲ ਲੈਂਦੇ ਤੇ ਫਿਰ ਸਾਡਾ ਕੰਮ ਹੋ ਗਿਆ ਤੇ ਫਿਰ ਸਾਨੂੰ ਇਹਨਾਂ ਨੂੰ ਕਰਨਾ ਚਾਹੀਦਾ ਸੀ। ਸੋ ਬਾਕੀ ਇਹਨਾਂ ਵੀਰਾਂ ਨੇ ਸਾਰੇ ਸਭਾ ਦੇ ਕੰਮ ਕਰਦੇ ਸਾਡਾ ਜੀਓਡੀ ਡਿਪਾਰਟਮੈਂਟ ਕੈਪਟਨ ਸਾਹਿਬ ਨੇ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਭ੍ਰਿਸ਼ਟਾਚਾਰ ਦੇ ਬਰਖਲਾਫ ਹੱਲ ਪਾਏਗਾ। ਪਰ ਇਸ ਚੀਜ਼ ਨੂੰ ਅਣਤਜਰਬੇਕਾਰ, ਮੈਂ ਤੇ ਇਹੋ ਕਹੂੰਗਾ ਕਿ ਅਣਤਜਰਬੇਕਾਰ ਸਾਡੇ ਆ ਜਿਹੜਾ ਡਿਪਾਰਟਮੈਂਟ ਆ ਇਹ ਕੋਈ ਮਜ਼ਦੂਰ ਲੈਵਲ ਤੋਂ ਉੱਠ ਕੇ ਨਹੀਂ ਆਇਆ। ਇਹਨਾਂ ਨੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਜਿਸ ਬਾਰੇ ਕਿ ਅੱਜ ਕੱਲ੍ਹ ਦੀ ਮੰਦਭਾਗਾ ਸਾਰੇ ਕਹਿ ਰਹੇ ਆ। ਇਸ ਦੇ ਨਾਲ ਪੰਜਾਬ ਸਰਕਾਰ ਨੇ ਸਿਰਫ ਸਾਨੂੰ ਨਹੀਂ ਕੱਢਿਆ, ਸਾਡਾ ਅਪਮਾਨ ਨਹੀਂ ਕੀਤਾ। ਸਾਨੂੰ ਕੱਢਣ ਦਾ ਕੋਈ ਦੁੱਖ ਨਹੀਂ ਆ। ਸਾਨੂੰ ਦੁੱਖ ਇਸ ਗੱਲ ਦਾ ਵਾ ਕਿ ਇਹਨੇ ਪਿੰਡਾਂ ਦੇ ਵਿੱਚ ਜਿਹੜੀ ਘੱਟੋ ਘੱਟ ਦੀ 70% ਆਬਾਦੀ ਆ ਜਿਹੜੇ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਜਾਂ ਹੋਰ ਵੀ ਉਹਨਾਂ ਜਾਤਾਂ ਦੇ ਨਾਲ ਸੰਬੰਧਿਤ ਹੈ, ਜਿਹੜੇ ਭਰਾ ਬੀਡੀਪੀ ਦੇ ਦਫ਼ਤਰ ਤੱਕ ਨਹੀਂ ਜਾ ਸਕਦੇ, ਕਿਸੇ ਨੂੰ ਰਾਸ਼ਨ ਕਾਰਡ ਤੱਕ ਨਹੀਂ ਵੇਚ ਸਕਦੇ, ਕੋਈ ਪੈਨਸ਼ਨ ਲਵਾਉਣ ਤੱਕ ਨਹੀਂ ਜਾਂਦਾ, ਉਹਨਾਂ ਕੋਲ ਇੰਨੀ ਨੌਲੇਜ ਹੀ ਨਹੀਂ ਹੈ। ਇਹਨਾਂ ਲੋਕਾਂ ਨੇ ਇਸ ਸਰਕਾਰ ਨੇ ਜੀਓਜੀ ਨੂੰ ਭੰਗ ਕਰਕੇ ਉਹਨਾਂ 70% ਗਰੀਬ ਲੋਕਾਂ ਦੀ ਹੱਕਮਾਰੀ ਕੀਤੀ ਹੈ। ਦੂਸਰੀ ਮੈਂ ਬੇਨਤੀ ਇਹ ਕਰਦੇ ਆ, ਇਹ ਕਹਿ ਦਿੰਦੇ ਆ ਇਹਨਾਂ ਨੇ ਇੱਕ ਮਤਲਬ ਦੇਸ਼ ਦੇ ਰਖਵਾਲਿਆਂ ਨੂੰ ਬੋਝ ਕਹਿਤਾ। ਸਾਡੇ ਕੋਲ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਸਾਹਿਬ ਤੱਕ ਇਹੋ ਜਿਹੀ ਇੱਕ ਕਮਿਊਨਿਟੀ ਆ ਜਿਹਨੂੰ ਕਿਤੇ ਵੀ ਚੈਲੰਜ ਨਹੀਂ, ਚਾਹੇ ਉਹ ਐਕਸ-ਸਰਵਿਸਮੈਨ ਹੋਵੇ ਚਾਹੇ ਉਹ ਸਰਵਿਸਮੈਨ ਹੋਵੇ। ਦੂਸਰੀ ਗੱਲ ਬੋਝ ਇਸ 11,000 ਜਿਹੜਾ ਇਹਨਾਂ ਨੇ ਕਹਿਤਾ ਇਹ ਬੋਝ ਨਹੀਂ, ਇਹ ਸਿਰਫ ਤੇ ਸਿਰਫ ਇੱਕ ਘਟਨਾ ਹੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਸਭ ਤੋਂ ਵੱਧ ਉਹਨਾਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ। ਉਹਨਾਂ ਨੇ ਬੀਜੇਪੀ, ਅਕਾਲੀ ਦਲ ਜਾਂ ਕਾਂਗਰਸ ਨੂੰ ਭੰਡ ਕੇ ਆਮ ਆਦਮੀ ਸਰਕਾਰ ਨਾਲ ਲੋਕਾਂ ਨੇ ਵੋਟਾਂ ਵੀ ਪਾਈਆਂ, ਅਸੀਂ ਵੀ ਪਾਈਆਂ, ਸਾਰਿਆਂ ਨੇ ਪਾਈਆਂ। ਇਹਨਾਂ ਦਾ ਇੱਕ ਹੀ ਵਾਅਦਾ ਹੈ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਹੈ। ਪਰ ਇਹਨਾਂ ਨੇ ਕੀ ਕੀਤਾ ਤੁਸੀਂ ਦੇਖ ਹੀ ਰਹੇ ਹੋ। ਬਿੱਲ ਮਾਫੀ ਦੀ ਪਹਿਲਾਂ ਗੱਲ ਕਰੋ। ਇਹ ਕਹਿੰਦੇ ਕਿ ਬਿੱਲ ਮਾਫੀ ਅਸੀਂ ਸਾਰਿਆਂ ਦੀ 600 ਯੂਨਿਟ ਤੋਂ ਉੱਪਰ ਜੇ 200 ਯੂਨਿਟ ਬਾਲੋਗੇ ਤੇ 200 ਦਾ ਬਿੱਲ ਆਊਗਾ ਤੁਹਾਨੂੰ। ਰਿਪੋਰਟਾਂ ਗਈਆਂ ਉਹਨਾਂ ਤੇ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਕਿ ਉਹਨਾਂ ਰਿਪੋਰਟਾਂ ਤੇ ਇਨਕੁਆਇਰੀ ਹੋ, ਇਹਨਾਂ ਰਿਪੋਰਟਾਂ ਤੇ ਉਹਨਾਂ ਨੇ ਕੀ ਐਕਸ਼ਨ ਲਿਆ। ਨਾ ਦਮ ਨਹੀਂ ਹੈ। ਆਪਾਂ ਨੂੰ ਸੋਚਣਾ ਚਾਹੀਦਾ ਕਿ ਸਾਡਾ ਤਰੀਕਾ ਹੋਣਾ ਚਾਹੀਦਾ ਫਸਟ ਆਫ ਆਲ। ਔਰ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਐਡਜਸਟ ਕਰਵਾ ਸਕਦੇ ਹਾਂ ਉਹ ਅਸੀਂ ਕਰਵਾਵਾਂਗੇ। ਈਵਨ ਅਪ ਟੂ ਦੀ ਐਕਸਟੈਂਟ ਮੈਨੂੰ ਯਾਦ ਆ ਕਿ ਮੈਂ ਕਾਲਜ ਦੇ ਵਿੱਚ ਨਾਮ ਦੇ ਤਾਂ ਆਪਾਂ ਨੂੰ BDPO ਸਾਹਿਬ ਦਾ ਵੀ ਪਤਾ ਲੱਗਣਾ ਕਿ ਉਹ ਕਿੱਥੇ ਨਹੀਂ ਆ। ਇਹ ਕਰਕੇ ਇਹ ਵੱਡੀ ਗੱਲ ਨਹੀਂ ਕਿ ਲੋਕ ਕਰਦਾ ਉਹ ਵੱਖਰੀ ਗੱਲ ਆ, ਪਰ ਇਹ ਆਪਾਂ ਸਿੱਖਿਆ ਬਹੁਤ ਹੋਈ। ਬਿਲਕੁਲ ਬਸ ਸਿੱਖਿਆ ਵੀ ਹੈ, ਇੱਜ਼ਤ ਵੀ ਮਿਲੀ। What the exact point we are taking? ਕੀ ਕਰਨਾ ਜਾ ਮੇਰੀ ਕੁਝ ਇੱਕ ਤਾਂ ਗੁੱਡ ਪੁਆਇੰਟ ਜਿਹੜੇ ਅਸੀਂ ਕੀਤੇ ਆ। ਰਾਸ਼ਨ ਦੇ ਬਾਰੇ ਆਪਾਂ ਹਰ ਵਾਰੀ ਕਹਿੰਦੇ ਰਹੇ ਆ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲ ਰੂਮ ਜਾ ਕੇ ਯੈਸ ਟੂ ਨਾਮ ਤੇ ਆਪਣਾ ਡੈਜ਼ਿਗਨੇਸ਼ਨ ਦੱਸ ਕੇ ਅੱਜ ਕੀ ਕਾਊਂਟ ਕੀਤਾ ਗਿਆ ਤੇ ਕਿਉਂ ਕੀਤਾ ਗਿਆ? ਮੈਂ ਕਰਨਲ ਸਰਬਰਿੰਦਰ ਸਿੰਘ ਸੰਧੂ, ਡਿਸਟ੍ਰਿਕਟ ਹੈਡ ਅੰਮ੍ਰਿਤਸਰ, ਡਿਸਟ੍ਰਿਕਟ ਹੈਡ ਅੰਮ੍ਰਿਤਸਰ।
ਅਸੀਂ ਸਾਰੇ ਅੱਜ ਕਲਸਟਰ ਲੈਵਲ ਤੱਕ GOG ਦੀ ਮੀਟਿੰਗ ਕਰ ਰਹੇ ਹਾਂ, ਜਿਹਦੇ ਵਿੱਚ ਕਿਉਂਕਿ ਜਿਹੜਾ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਡਿਸੀਜਨ ਲਿਆ ਆ, ਉਹਦੇ ਉੱਤੇ ਮੈਂ ਉਹਨਾਂ ਦੇ ਵਿਊਜ਼ ਲੈ ਰਿਹਾ ਕਿ ਉਹ ਇਹਦੇ ਬਾਰੇ ਕੀ ਸੋਚਦੇ ਆ। ਉਸ ਕਰਕੇ ਜੋ ਵੀ ਉਹਨਾਂ ਦੇ ਗਿਲੇ ਸ਼ਿਕਵੇ ਇਸ ਡਿਸੀਜਨ ਦੇ ਉੱਤੇ ਹੈਗੇ, ਉਹ ਅਸੀਂ ਡਾਟਾ ਇਕੱਠਾ ਕਰ ਰਹੇ ਸੀਗੇ। ਇਸ ਕਰਕੇ ਇਹ ਮੀਟਿੰਗ ਆ ਜਿਹੜੀ ਅੱਜ ਹੋਈ ਆ। ਸਰ ਕੀ ਮੀਟਿੰਗ, ਕੀ ਫੈਸਲਾ ਲਿਆ ਗਿਆ, ਕੀ ਮੀਟਿੰਗ ਹੋਈ ਆ? ਮੀਟਿੰਗ ਦੇ ਵਿੱਚ ਇਹ ਆ ਕਿ GOG ਇਹ ਮਹਿਸੂਸ ਕਰ ਰਹੇ ਨੇ ਕਿ ਗੌਰਮੈਂਟ ਦੇ ਹੱਥ ਵੱਸ ਹੁੰਦਾ ਕਿਸੇ ਵੀ ਆਰਗੇਨਾਈਜੇਸ਼ਨ ਜਿਹੜੀ ਟੈਂਪਰੇਰੀ ਹੋਵੇ ਉਹਨੂੰ ਰੱਖਣਾ ਜਾਂ ਉਹਨੂੰ ਬਰਖਾਸਤ ਕਰਨਾ। ਪਰ ਜਿਸ ਤਰੀਕੇ ਨਾਲ ਬਰਖਾਸਤ ਕੀਤਾ ਗਿਆ ਆ, ਜਿਹੜਾ ਕਿਹਾ ਗਿਆ ਕਿ ਉਹਨਾਂ ਦਾ ਕੰਮ ਸੈਟਿਸਫੈਕਟਰੀ ਨਹੀਂ ਸੀ, ਉਹ ਇੱਕ ਕਿਸਮ ਦੀ ਸਾਡੀ ਬੇਇੱਜ਼ਤੀ ਮਹਿਸੂਸ ਕਰ ਰਹੇ ਨੇ। ਜਦ ਕਿ GOG ਨੇ ਸਭ ਨੂੰ ਹੀ ਪਤਾ ਹੈ, ਪਿੰਡਾਂ ਦੇ ਵਿੱਚ ਉਹਨਾਂ ਨੇ ਜਾ ਕੇ ਹੁਣ ਵੀ ਚੈੱਕ ਕਰ ਸਕਦੇ ਨੇ ਕਿ ਪਿਛਲੇ 5 ਸਾਲਾਂ 'ਚ ਬਹੁਤ ਵਧੀਆ ਕੰਮ ਕੀਤਾ ਹੈ। ਬਹੁਤ ਲੋਕਾਂ, ਸਾਡੇ ਕੋਲ ਸਾਰੀਆਂ ਡਿਟੇਲਸ ਹੈ ਜਿਹਦੇ ਵਿੱਚ ਲੋਕਾਂ ਦੀਆਂ ਪੈਨਸ਼ਨਸ ਲਾਈਆਂ, ਡਿਸੇਬਿਲਿਟੀ ਪੈਨਸ਼ਨ, ਓਲਡ ਏਜ ਪੈਨਸ਼ਨਸ, ਮਨਰੇਗਾ ਦੇ ਕੰਮ ਕਰਾਏ ਆ ਬਹੁਤ ਜ਼ਿਆਦਾ, ਸਕੂਲਾਂ ਦੀ ਇੰਪਰੂਵਮੈਂਟ ਹੋਈ ਆ ਪਿਛਲੇ 5 ਸਾਲਾਂ 'ਚ। ਜਿਹੜਾ ਸਕੂਲ ਅੱਜ ਤੁਸੀਂ ਦੇਖ ਰਹੇ ਜੀ ਇੰਡੀਆ ਲੈਵਲ ਦੇ ਉੱਤੇ ਪੰਜਾਬ ਫਸਟ ਆ ਰਿਹਾ, ਉਹਦੇ ਵਿੱਚ GOG ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਕਿਉਂਕਿ ਸਭ ਤੋਂ ਪਹਿਲਾਂ ਅਸੀਂ ਰਿਪੋਰਟਾਂ ਕਰਦੇ ਰਹੇ ਕਿ ਇਸ ਸਕੂਲ ਦੇ ਵਿੱਚ ਇੰਨੇ ਟੀਚਰ ਘੱਟ ਹੈ, ਔਰ ਐਜੂਕੇਸ਼ਨ ਬ੍ਰਾਂਚ ਨੇ ਉਹਦੇ ਉੱਤੇ ਬਹੁਤ ਵਧੀਆ ਐਕਸ਼ਨ ਲੈਂਦੇ ਰਹੇ, ਰੈਸ਼ਨਲਾਈਜੇਸ਼ਨ ਟੀਚਰਸ ਦੀ ਕੀਤੀ। ਉਸ ਤੋਂ ਬਾਅਦ ਮਿਡ ਡੇ ਮੀਲ, ਟੀਚਰਸ ਦਾ ਆਉਣਾ ਸਕੂਲ ਦੇ ਵਿੱਚ, ਅਸੀਂ ਸਾਰੀਆਂ ਰਿਪੋਰਟਾਂ ਇਹ DC ਲੈਵਲ ਤੱਕ, ਡਿਸਟ੍ਰਿਕਟ ਐਜੂਕੇਸ਼ਨ ਲੈਵਲ ਤੱਕ ਪਹੁੰਚਾਉਂਦੇ ਰਹੇ, ਚੰਡੀਗੜ੍ਹ ਵੀ ਜਾਂਦੀਆਂ, ਔਰ ਉਹਦੇ ਕਰਕੇ ਇੰਪਰੂਵਮੈਂਟ ਹੋਈ। ਸੋ ਇਹ ਸਾਰੇ ਕੰਮ GOG ਨੇ ਕੀਤੇ ਆ। ਇਹ ਗੌਰਮੈਂਟ ਦਾ ਕਹਿ ਦੇਣਾ ਕਿ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੰਮ ਸੀ ਉਹ ਸੈਟਿਸਫੈਕਟਰੀ ਨਹੀਂ ਸੀ, ਇਹ ਇੱਕ ਫੌਜੀ ਨੂੰ ਕਦੀ ਵੀ ਜਿਹੜਾ ਕਿ ਸੀਰੀਅਸ ਹੋ ਕੇ ਕੰਮ ਕਰਦਾ, ਆਪਣੇ ਮੋਟਰਸਾਈਕਲ 'ਤੇ ਦੁਪਹਿਰ ਨੂੰ, ਰਾਤ ਨੂੰ, ਆਪਣੀਆਂ ਗੱਡੀਆਂ 'ਤੇ ਡਿਸੇਬਿਲਿਟੀ ਵਾਲਿਆਂ ਨੂੰ ਲਿਆ ਕੇ ਉਹਨਾਂ ਦੀ ਪੈਨਸ਼ਨ ਲਵਾਉਣੀ, ਇਹ ਜਦੋਂ ਕੰਮ ਕਰਦੇ ਰਹੇ ਤਾਂ ਉਹਨਾਂ ਨੂੰ ਫਿਰ ਬਹੁਤ ਰੋਸ ਹੋਣਾ ਬਣਦਾ ਵੀ ਆ। ਅਤੇ ਇਸ ਕਰਕੇ GOG ਬਹੁਤ ਜ਼ਿਆਦਾ ਇਸ ਗੱਲ ਤੋਂ, ਗੌਰਮੈਂਟ ਦੇ ਡਿਸੀਜਨ ਤੋਂ ਜ਼ਿਆਦਾ ਇਸ ਗੱਲ 'ਤੇ ਨਾਰਾਜ਼ ਆ ਜਿਸ ਤਰੀਕੇ ਨਾਲ ਕੀਤਾ ਗਿਆ। ਇੱਕ ਕਿਸੇ ਤੋਂ ਫੀਡਬੈਕ ਨਹੀਂ ਲਿਆ ਗਿਆ। 2 ਘੰਟਿਆਂ ਦੀ ਕਾਨਫਰੰਸ ਕੀਤੀ ਗਈ, ਉਹਦੇ ਵਿੱਚ 5-4 ਮਿਨਿਸਟਰ ਜਿਹੜੇ ਸੀਗੇ ਉਹਨਾਂ ਨੇ ਮਿਲ ਕੇ ਡਿਸੀਜਨ ਲੈ ਲਿਆ, ਔਰ ਇੱਕ ਉਸੇ ਦਿਨ ਤੋਂ ਲੈ ਲਿਆ। ਬੜਾ ਇਮੈਚੁਰ ਜਿਹਾ ਔਰ ਬਚਪਨਾ ਡਿਸੀਜਨ ਹੈ। ਕੋਈ ਵੀ ਆਰਗੇਨਾਈਜੇਸ਼ਨ ਤੁਸੀਂ ਖ਼ਤਮ ਕਰਨਾ, ਉਹਦਾ ਸ਼ਡਿਊਲ ਬਣਾਇਆ ਜਾਂਦਾ ਹੈ ਕਿ ਅਜੇ ਸਾਡੇ ਕੋਲ ਕਿੰਨਾ ਫਰਨੀਚਰ, ਸਾਡੇ ਕੋਲ ਕਿੰਨੇ ਡਾਕੂਮੈਂਟ, ਕੰਪਿਊਟਰਸ, ਪ੍ਰਿੰਟਰ, ਸਾਰਾ ਕੁਝ ਪਿਆ ਆ, ਉਹ ਵੀ ਵਾਪਸ ਕਰਨਾ। ਹੁਣ ਅਸੀਂ ਤਾਂ ਜੇ ਅਸੀਂ ਕਿ ਅਸੀਂ ਤਾਂ ਸਾਡੀ ਤਾਂ ਆਰਗੇਨਾਈਜੇਸ਼ਨ ਹੈ ਹੀ ਨਹੀਂ ਗੀ, ਅਸੀਂ ਹੁਣ ਤੁਸੀਂ ਕਿਵੇਂ ਵਾਪਸ ਕਰੋਗੇ? ਤਾਂ ਇਮੈਚੁਰਲੀ ਸਾਰਾ ਡਿਸੀਜਨ ਨੂੰ ਹੈਂਡਲ ਕੀਤਾ ਗਿਆ। ਇਹ ਸਰ ਪਹਿਲੀ ਤੇ ਗੱਲ ਹੈ, ਦੱਸੋ ਵੀ ਸਾਰਾ ਪਹਿਲੇ ਦੱਸੋ ਵੀ ਹੈ ਕੀ ਹੈ ਉਹ GOG, ਲੋਕਾਂ ਨੂੰ ਨਹੀਂ ਪਤਾ ਪਹਿਲੀ ਗੱਲ। ਅੱਛਾ, ਨਹੀਂ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਕੀ ਰਿਪਰੈਜ਼ੈਂਟੇਸ਼ਨ ਜਿਹੜਾ ਉਹ ਜਾਏਗਾ ਗਵਰਨਮੈਂਟ ਨੂੰ ਇਹਦੇ ਬਾਰੇ, ਅੱਗੇ ਡਿਸੀਜਨ ਦਿੱਤਾ ਗਿਆ ਪਹਿਲੇ ਬਾਰ-ਬਾਰ। ਦੇਖੋ, ਗਾਰਡੀਅਨਸ ਆਫ ਗਵਰਨੈਂਸ ਵੈਸੇ ਤਾਂ ਸਭ ਨੂੰ ਪਿੰਡਾਂ ਦੇ ਵਿੱਚ, ਕਿਉਂਕਿ ਪਿੰਡਾਂ ਦੀ ਆਰਗੇਨਾਈਜੇਸ਼ਨ ਹੈ, ਪਿੰਡਾਂ ਦੇ ਵਿੱਚ ਹਰ 2 ਤੋਂ 3 ਪਿੰਡ ਦੇ ਉੱਤੇ ਇੱਕ ਐਕਸ ਸਰਵਿਸਮੈਨ ਜਿਹਨੂੰ ਕਿ ਗਾਰਡੀਅਨ ਆਫ ਗਵਰਨੈਂਸ GOG ਕਿਹਾ ਜਾਂਦਾ ਸੀ, ਉਹ ਲਾਇਆ ਗਿਆ ਸੀਗਾ। ਉਹਦੇ 2-3 ਤਰੀਕੇ ਦੇ ਕੰਮ ਸੀਗੇ। ਇੱਕ ਤਾਂ ਸੀਗਾ ਕਿ ਜਿੰਨਾ ਵੀ ਆਪਣੀਆਂ ਸਕੀਮਸ ਹੈ, ਵੈਲਫੇਅਰ ਸਕੀਮਸ ਗਵਰਨਮੈਂਟ ਦੀਆਂ, ਚਾਹੇ ਉਹ ਸੈਂਟਰ ਗਵਰਨਮੈਂਟ ਦੀਆਂ, ਚਾਹੇ ਉਹ ਸਟੇਟ ਗਵਰਨਮੈਂਟ ਦੀਆਂ, ਉਹ ਸਾਰੀਆਂ ਸਕੀਮਸ ਦੇ ਉੱਤੇ ਰਿਪੋਰਟਿੰਗ ਹੁੰਦੀ ਸੀ। ਇੱਕ ਐਪ ਹੈ, ਔਰ ਐਪ ਜਿਹੜੀ ਆ ਉਹ GOG ਰਿਪੋਰਟ ਜਨਰੇਟ ਕਰਦਾ ਸੀ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ, ਜਿਵੇਂ ਵੀ ਉਹ ਕਰ ਸਕਦਾ ਸੀਗਾ। ਉਹ ਇੱਕ ਚੰਡੀਗੜ੍ਹ ਜਾਂਦੀ ਸੀ, ਇੱਕ DC ਆਫਿਸ ਜਾਂਦੀ ਸੀ, ਇੱਕ ਸਾਡੇ ਕੋਲ ਆਉਂਦੀ ਸੀ ਆਟੋਮੈਟਿਕ। ਹਰ ਰੋਜ਼ ਉਹ 1 ਤੋਂ 2 ਰਿਪੋਰਟਾਂ ਜਨਰੇਟ ਕਰਦਾ ਸੀ, ਜਿਵੇਂ ਕਿ ਸਕੂਲਾਂ ਦੀ ਪਰਫਾਰਮੈਂਸ ਦੇ ਉੱਤੇ, ਡਾਕਟਰਸ ਜਿਹੜੇ ਸੀਗੇ ਉਹਨਾਂ ਦੇ ਉੱਤੇ, ਰਾਸ਼ਨ ਡਿਸਟਰੀਬਿਊਟ ਹੋ ਰਿਹਾ ਕਿ ਨਹੀਂ ਹੋ ਰਿਹਾ, ਪਿੰਡਾਂ ਸੜਕਾਂ ਬਣ ਰਹੀਆਂ ਉਹ ਠੀਕ ਤਰੀਕੇ ਨਾਲ ਬਣ ਰਹੀਆਂ ਕਿ ਨਹੀਂ ਬਣ ਰਹੀਆਂ, ਮਨਰੇਗਾ ਦੇ ਕੰਮ ਹੋ ਰਹੇ ਨਹੀਂ ਹੋ, ਇਸ ਤਰ੍ਹਾਂ 18 ਸਕੀਮ ਸੀ। ਦੂਸਰਾ, ਇਨ ਐਡੀਸ਼ਨ DC ਆਫਿਸ ਵੱਲੋਂ ਸਾਨੂੰ ਵੀ ਜਦੋਂ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ, ਉਹ ਸਾਨੂੰ ਐਡੀਸ਼ਨਲ ਟਾਸਕ ਦਿੰਦੇ ਰਹੇ। ਇਹ ਤੁਸੀਂ DC ਸਾਹਿਬ ਨੂੰ ਵੀ ਪੁੱਛ ਸਕਦੇ, ਜਿੰਨੇ ਵੀ, ਉਹਨਾਂ ਨੇ ਕਹਿਣਾ ਜੀ ਜਿਵੇਂ ਮੰਡੀ ਕੋਵਿਡ ਜਦੋਂ ਚੱਲ ਰਿਹਾ ਸੀ,
ਉਦੋਂ ਮੰਡੀਆਂ ਦਾ ਫੰਕਸ਼ਨਿੰਗ ਬਹੁਤ ਮੁਸ਼ਕਲ ਹੋ ਗਈ ਸੀ ਅਤੇ ਉਹਦੇ ਵਿੱਚ ਕਿਉਂਕਿ ਡਿਸਟੈਂਸ ਮੇਨਟੇਨ ਕਰਨਾ, ਪਾਣੀ ਦਾ ਇੰਤਜ਼ਾਮ ਕਰਨਾ, ਲੋਕਾਂ ਦੇ ਮਾਸਕ ਲਗਵਾਉਣੇ ਚੈੱਕ ਕਰਨੇ, ਇਹ ਸਾਰਾ ਕੁਝ ਜੀ ਆਪ ਕਰਦੇ ਰਹੇ ਉੱਥੇ ਐਜ਼ ਐਡੀਸ਼ਨਲ ਜੋਬ। ਇਸੇ ਤਰ੍ਹਾਂ ਹੋਰ ਜੋ ਵੀ ਬਹੁਤ ਕੰਮ ਦਿੱਤੇ ਆ DC ਸਾਹਿਬ ਨੇ ਹਰ ਤਰ੍ਹਾਂ ਦੇ, ਉਹ ਐਡੀਸ਼ਨਲ ਕਰਦੇ ਰਹੇ। ਪਿਛਲੇ 2017 ਤੋਂ ਅਕਤੂਬਰ ਤੋਂ ਚੱਲ ਰਹੀ ਸੀ, 5 ਸਾਲ ਹੋ ਗਏ ਸਾਨੂੰ ਕੰਮ ਕਰਦੇ। 9 ਸਤੰਬਰ ਹਾਂਜੀ ਸਾਡੀ ਰਿਪਰੈਜ਼ੈਂਟੇਸ਼ਨ ਜਾਏਗੀ। ਇਹ ਪੰਜਾਬ ਲੈਵਲ ਦੀ ਤੁਹਾਨੂੰ ਪਤਾ ਕਿ ਡਿਸਟ੍ਰਿਕਟ ਲੈਵਲ ਦੀ ਆਰਗੇਨਾਈਜੇਸ਼ਨ ਨਹੀਂ ਗੀ, ਪੰਜਾਬ ਲੈਵਲ ਦੀ ਹੈ। ਅਤੇ ਫਿਰ ਪੰਜਾਬ ਦੇ ਜਿਹੜੇ ਸਾਡਾ ਹੈੱਡਕੁਆਟਰ ਹੈ ਚੰਡੀਗੜ੍ਹ, ਉਹਨਾਂ ਦੇ ਨਾਲ ਮੀਟਿੰਗ ਕਰਕੇ ਸਾਰਾ ਫਿਰ ਡਿਸੀਜਨ ਲਿਆ ਜਾਵੇਗਾ ਕਿ ਉਦੋਂ ਬਾਅਦ ਅਸੀਂ ਇਹ ਜਿਹੜੀ ਆ ਪ੍ਰੋਬਲਮ ਆ ਉਹਨਾਂ ਦੇ ਮਤਲਬ ਗੌਰਮੈਂਟ 'ਤੇ ਕੋਈ ਕੇਸ ਕਰਨਾ ਆ, ਮਾਨਹਾਨੀ ਦਾ ਕੇਸ, ਕਿਉਂਕਿ ਸਾਡੀ ਸੈਲਫ ਰਿਸਪੈਕਟ ਨੂੰ ਕੀਤਾ ਆ, ਜਾਂ ਚੀਫ ਮਿਨਿਸਟਰ ਨੂੰ ਕੋਈ ਡੈਲੀਗੇਸ਼ਨ ਜਾਣੀ ਆ, ਜਾਂ ਕੋਈ ਹੋਰ ਤਰੀਕੇ ਦਾ ਬੜੇ ਡਿਸਿਪਲਿਨ ਦੇ ਤਰੀਕੇ ਦਾ ਜਿਹੜਾ ਇੱਕ ਕਿਸਮ ਦਾ ਉਹਨਾਂ ਦਾ ਜਿਹੜੀ ਕਾਰਵਾਈ ਅੱਗੇ ਤੋਂ ਕੀਤੀ ਜਾਵੇਗੀ। ਨਾ ਕਿ ਇਹ ਨਹੀਂ ਕਿ ਸੜਕਾਂ ਦੇ ਉੱਤੇ ਅਸੀਂ ਖਲੋ ਕੇ ਤੇ ਰੇਲ ਰੋਕ ਦੇਣੀ ਆ ਜਾਂ ਬੱਸ ਰੋਕਦੇ, ਇਹੋ ਜਿਹੇ ਕੰਮ ਅਸੀਂ ਡਿਸਿਪਲਿਨ ਫੋਰਸ ਹੈ। ਔਰ ਡਿਸਿਪਲਿਨ ਫੋਰਸ ਨੂੰ ਜਿਵੇਂ ਆਪਣੀ ਐਜੀਟੇਸ਼ਨ ਕਰਨੀ ਜਾਏਗੀ ਉਹ ਕੀਤੀ ਜਾਏਗੀ। ਉਹ ਕਿਸ ਤਰ੍ਹਾਂ ਦੀ ਕਿਸ ਰੂਪ 'ਚ ਹੋਏਗੀ ਉਹ ਸਾਡੇ ਹੁਣ ਡਿਸਟ੍ਰਿਕਟ, ਕੱਲ੍ਹ ਸਾਡੀ ਮੀਟਿੰਗ ਹੈ ਚੰਡੀਗੜ੍ਹ ਵੱਲ, ਸਾਰੇ ਇਕੱਠੇ ਹੋ ਕੇ ਉਹ ਤੋਂ ਬਾਅਦ ਫਿਰ ਅਸੀਂ ਦੱਸ ਸਕਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਪੰਜਾਬ ਦੇ ਪੂਰੇ ਡਿਸਟ੍ਰਿਕਟ ਸਾਰੇ 22 ਦੇ 22 ਡਿਸਟ੍ਰਿਕਟ ਹੈ ਉਹ ਸਾਰੇ। ਕਿੰਨੇ ਗਿਣਤੀ ਮੈਂਬਰ ਤੁਹਾਡੇ ਮੁਲਾਜ਼ਮਾਂ ਦੀ? ਸਾਡੀ ਅੰਮ੍ਰਿਤਸਰ ਦੇ ਵਿੱਚ 308, ਪੂਰੇ ਪੰਜਾਬ ਦੇ ਵਿੱਚ 4300 ਗਾਰਡੀਅਨਸ ਆਫ ਗਵਰਨੈਂਸ। ਹੁਣ ਕੀ ਡਿਮਾਂਡ ਕਰਦੇ ਜੀ ਗਵਰਨਮੈਂਟ ਤੇ ਸਾਡੀ ਇਹ ਡਿਮਾਂਡ ਹੈ ਕਿ ਪਹਿਲੀ ਗੱਲ ਹੈ ਕਿ ਇਹਨੂੰ ਫੀਡਬੈਕ ਲੈਣਾ ਚਾਹੀਦਾ। ਕਿਸੇ ਵੀ ਆਰਗੇਨਾਈਜੇਸ਼ਨ ਨੂੰ ਤੁਸੀਂ ਖਤਮ ਕਰਨਾ, ਇਹ ਨਹੀਂ ਕਹਿ ਸਕੇ ਰਾਤ ਨੂੰ ਤੁਹਾਨੂੰ ਸੁਪਨਾ ਆਇਆ ਤੇ ਸਵੇਰੇ ਉੱਠ ਕੇ ਤੁਸੀਂ ਉਹਨੂੰ ਖਤਮ ਕਰ ਦਿਓ। ਇੱਕ ਚੰਗੀ ਗਵਰਨਮੈਂਟ ਦਾ ਇਹ ਸੋਚ ਨਹੀਂ ਹੁੰਦੀ। ਤੁਸੀਂ ਛੋਟਾ ਜਿਹਾ ਘਰ ਦੇ ਵਿੱਚ ਵੀ ਡਿਸੀਜਨ ਲੈਂਦੇ ਜੇ, ਤੁਸੀਂ ਆਪਣੀ ਵਾਈਫ ਤੋਂ ਆਪਣੇ ਬੱਚਿਆਂ ਤੋਂ ਪੁੱਛਦੇ ਜੇ, ਫਿਰ ਉਹ ਤੋਂ ਬਾਅਦ ਕਹਿੰਦੇ ਜੇ ਵੀ ਆਪਾਂ ਐਂ ਕਰਨਾ ਹੈ। ਤਾਂ ਸਾਰਾ ਫੀਡਬੈਕ ਲੈਣਾ ਚਾਹੀਦਾ ਗੌਰਮੈਂਟ ਨੂੰ। ਉਦੋਂ ਬਾਅਦ ਇੱਕ ਗ੍ਰੈਜੂਅਲ ਤਰੀਕੇ ਦੇ ਨਾਲ ਇਹਨੂੰ ਖਤਮ ਕਰਨਾ ਚਾਹੀਦਾ, ਹੌਲੀ ਹੌਲੀ ਖਤਮ ਜੇ ਕਰਨਾ ਵੀ ਆ। ਔਰ ਤੀਸਰਾ ਕਿ ਜਿਹੜੇ ਲਫ਼ਜ਼ ਯੂਜ਼ ਕੀਤੇ ਆ ਚੀਫ ਸੈਕਟਰੀ ਸਾਹਿਬ ਨੇ ਕਿ ਇਹ ਆਪਣੇ ਅਨਸੈਟਿਸਫੈਕਟਰੀ ਕਰਕੇ ਇਹਨਾਂ ਨੂੰ ਕਰ ਰਹੇ ਆ, ਉਹ ਬਹੁਤ ਹੀ ਗਲਤ ਹੈ। ਉਹਦਾ ਸਭ ਤੋਂ ਜ਼ਿਆਦਾ ਸਾਨੂੰ ਦੁੱਖ ਹੈ, ਉਹ ਵਾਪਸ ਲੈਣੇ ਚਾਹੀਦੇ ਔਰ ਮਾਫੀ ਮੰਗਣੀ ਚਾਹੀਦੀ। ਸਰ ਇਹਦੇ ਵਾਸਤੇ ਸਰਕਾਰ ਕੁਝ ਪੇ ਵੀ ਕਰਦੀ ਸੀ ਜਾਂ ਜਿਹੜਾ ਡਿਸੀਜਨ ਹਾਂਜੀ 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 ਲੱਗਦਾ ਕਿਸੇ ਦਬਾਅ ਤੇ ਬੇਸਿਕਲੀ ਕਿਉਂਕਿ ਐਕਚੁਅਲੀ ਪੋਲੀਟਿਕਸ ਹੈ, ਤੁਹਾਨੂੰ ਪਤਾ ਹੀ ਹੈ। ਗਵਰਨਮੈਂਟ ਨੇ ਪਹਿਲਾਂ ਸ਼ੁਰੂ ਕੀਤੀ ਸੀ, ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਸੀ, ਅਤੇ ਗਵਰਨਮੈਂਟ ਨੂੰ ਸ਼ਾਇਦ ਲੱਗਦਾ ਹੋਵੇ ਕਿ ਇਹ ਕੈਪਟਨ ਸਾਹਿਬ ਦੀ ਆਰਗੇਨਾਈਜੇਸ਼ਨ ਹੈ ਅਤੇ ਸਾਨੂੰ ਇਹਦੇ 'ਚ ਕੋਈ ਪੋਲੀਟੀਕਲ ਗੇਨ ਹੋਣਾ ਨਹੀਂ ਗਾ, ਔਰ ਉਹ ਇਸ ਕਰਕੇ ਖ਼ਤਮ ਕੀਤਾ। ਪਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਸ਼ੁਰੂ ਤੋਂ ਅਸੀਂ ਸਾਰੇ ਜੁੜੇ ਹੋਏ ਹਾਂ। ਮੈਨੂੰ 5 ਸਾਲ ਹੋ ਗਏ ਪਰਸਨਲੀ, ਔਰ ਅਸੀਂ ਜਦੋਂ ਸਿਲੈਕਸ਼ਨ ਵੀ ਕੀਤੀ ਆ ਉਹਦੇ ਵਿੱਚ ਵੀ ਕਿਸੇ ਪਾਰਟੀ ਪੱਖ ਕਦੀ ਐ ਨਹੀਂ ਰੱਖਿਆ ਗਿਆ ਕਿ ਆਹ GOG ਇਸ ਪਾਰਟੀ ਦਾ ਜਾਂ ਕਾਂਗਰਸ ਦਾ ਬੰਦਾ। ਅਸੀਂ ਸਿਰਫ ਐਕਸ ਸਰਵਿਸਮੈਨ, ਔਰ ਜਿਹੜੀਆਂ ਸਾਡੀਆਂ ਰਿਕੁਆਇਰਮੈਂਟ ਸੀਗੀਆਂ ਉਹ ਜਿਹੜਾ ਵੀ ਐਕਸ ਸਰਵਿਸਮੈਨ ਮੀਟ ਕਰਦਾ ਸੀ ਉਹਨੂੰ ਰੱਖਿਆ ਗਿਆ। ਅਸੀਂ ਕਦੀ ਅਕਾਲੀ ਕਈ ਵਾਰੀ ਬਾਅਦ ਦੇ ਵਿੱਚ ਜਿਹੜੇ ਸੀਗੇ ਸਾਨੂੰ ਕਾਂਗਰਸ ਦੇ ਮਿਨਿਸਟਰਸ ਨੇ ਮੈਨੂੰ ਕਿਹਾ ਕਿ ਕਿਸੇ GOG ਇਹ ਅਕਾਲੀਆਂ ਦਾ ਬੰਦਾ, ਇਹਨੂੰ ਤੁਸੀਂ ਹਟਾ ਦਿਓ। ਅਸੀਂ ਉਹਦੀ ਪੂਰੀ ਛਾਣਬੀਣ ਕੀਤੀ। ਅਸੀਂ ਕਿਹਾ ਵੀ ਨਹੀਂ, ਉਹ ਅਕਾਲੀਆਂ ਦਾ ਬੰਦਾ, ਜੋ ਉਹਦਾ ਬੈਕਗਰਾਊਂਡ ਉਹਦੇ ਨਾਲ ਸਾਨੂੰ ਕੋਈ ਨਹੀਂ ਗਾ, ਉਹ ਇੱਕ ਨਿਰਪੱਖ ਹੋ ਕੇ ਕੰਮ ਕਰ ਰਿਹਾ ਔਰ ਵਧੀਆ ਕੰਮ ਕਰ ਰਿਹਾ, ਔਰ ਅਸੀਂ ਨਹੀਂ ਹਟਾਇਆ। ਸੋ ਬਿਲਕੁਲ ਸੈਕੂਲਰ, ਬਿਲਕੁਲ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਸ਼ੁਰੂ ਤੋਂ ਹੀ। ਔਰ ਜਿਵੇਂ ਕਹਿ ਵੀ ਰਹੇ ਸੀ ਸਾਡੇ ਕਿ ਕਾਫੀ GOGs ਨੇ ਆਮ ਆਦਮੀ ਨੂੰ ਵੀ ਵੋਟਾਂ ਪਾਈਆਂ ਸਾਡੇ, ਅਤੇ ਕਦੀ ਵੀ ਕੈਪਟਨ ਸਾਹਿਬ ਦਾ ਜਾਂ ਕਾਂਗਰਸ ਪਾਰਟੀ ਦਾ ਕਦੀ ਵੀ ਪ੍ਰੈਸ਼ਰ ਨਹੀਂ ਰਿਹਾ ਕਿ ਤੁਸੀਂ ਵੋਟਾਂ ਕਾਂਗਰਸ ਨੂੰ ਪਾਉਣੀਆਂ। ਐਸਾ ਇੱਕ ਦਿਨ ਵੀ ਸਾਨੂੰ ਫੀਲਿੰਗ ਨਹੀਂ ਆਈ। ਔਰ ਜੇ ਇਹ ਫੀਲਿੰਗ ਆਉਂਦੀ ਤਾਂ ਅਸੀਂ ਕੰਮ ਨਹੀਂ ਸੀ ਕਰ ਸਕਦੇ, ਕਿਉਂਕਿ ਸਾਡੀ ਲੜਾਈ ਝਗੜੇ 'ਚ ਅਸੀਂ ਪੈ ਜਾਣਾ ਸੀ ਪਿੰਡਾਂ 'ਚ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਇੱਕ ਵੀ ਦਿਨ, ਇੱਕ ਵੀ ਕੇਸ ਐਸਾ ਨਹੀਂ ਹੋਇਆ ਜਿਹਦੇ ਵਿੱਚ GOGs ਦੀ ਡਿਸਰਿਸਪੈਕਟ ਕੀਤਾ ਗਿਆ ਹੋਵੇ, GOG ਦੇ ਨਾਲ ਕੋਈ ਝਗੜੇ ਹੋਏ ਹੋਣ, ਜਾਂ GOG ਨੇ ਕਿਸੇ ਇੱਕ ਪਾਰਟੀ ਦਾ ਪੱਖਪਾਤ ਕੀਤਾ। 5 ਸਾਲ 'ਚ ਮੈਂ ਕਹਿ ਸਕਦਾ ਗਰੰਟੀ ਨਾਲ ਇੱਕ ਵੀ ਕੇਸ ਕੋਈ ਦਿਖਾ ਦੇ ਮੈਨੂੰ, ਤਾਂ ਮੈਂ ਆਪਣੀ ਪੋਸਟ ਤੋਂ ਰਿਜ਼ਾਈਨ ਕਰਨ ਨੂੰ ਤਿਆਰ।